ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਸਮਰਪਿਤ ਕਰਕੇ ਨਹੀਂ ਬੈਠੇ, ਅਗਰ ਇਹ ਨਹੀਂ ਮੰਨ ਕੇ ਬੈਠੇ ਕਿ ਇਹ ਮੇਰਾ ਗੁਰੂ ਹੈ, ਜੋ ਕਿ ਗੈਰ ਸਿੱਖ ਨਹੀਂ ਮੰਨ ਸਕਦਾ, ਉਹਨੂੰ ਨਹੀਂ ਸਮਝ ਲੱਗਦੀ। ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋ ਇੱਕ ਰਿਸ਼ਤਾ ਹੈ, ਉਹਨੂੰ ਕਿਸੇ ਨੂੰ ਵੀ ਸਮਝਾਉਣ ਦੇ ਵਾਸਤੇ ਉਹਨੂੰ ਵਾਕਈ ਹੀ ਸਿੱਖ ਬਣ ਕੇ ਹੀ ਸਮਝਿਆ ਜਾ ਸਕਦਾ। ਔਰ ਇਹ ਗੱਲ ਮੈਂ ਆਪਣੇ ਪਰਸਨਲ ਐਕਸਪੀਰੀਅੰਸ 'ਚੋਂ ਕਹਿ ਰਹੀ ਹਾਂ। ਪਿੱਛੇ ਜੇ ਮੇਰੀ ਕਿਸੇ ਨਾਲ ਇੱਕ ਗੱਲ ਹੁੰਦੀ ਸੀ, ਉਹ ਕਹਿੰਦੇ ਮੈਨੂੰ ਉਹਨਾਂ ਨੇ, क्योंकि वो तमिलनाडु दे है, तो उन्होंने मैंने कहते मुझे ये समझ नहीं आती कि आप सिख जो हैं वो गुरु ग्रंथ साहब के लिए ऐसे क्यों करते हो, क्यों मरने मारने पे उतारू हो जाते हो गुरु ग्रंथ साहब के लिए। तो मैं उन्होंने कहा, मैं उन्होंने पहला समझाने की कोशिश की अपनी मत के हिसाब नाल, पर जदों नहीं समझ सके ना, तो फिर मैं उन्होंने कहा गल पता की आ, गुरु ग्रंथ साहब महाराज नाल सिखां दा रिश्ता जो है ਉਹ ਸਮਝਣ ਦੇ ਲਈ ਬਕਾਇਦਾ ਸਿੱਖ ਮਾਨਸਿਕਤਾ ਦੇ ਵਿੱਚ ਆਉਣਾ ਪਊਗਾ, ਬਕਾਇਦਾ ਸਿੱਖ ਹੋਣਾ ਪਊਗਾ। ਫਿਰ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜਿਹੜਾ ਇੱਕ ਵਿਲੱਖਣ ਰਿਸ਼ਤਾ ਹੈ ਨਾ, ਸਾਡਾ ਖਾਸ ਰਿਸ਼ਤਾ ਹੈ, ਉਹ ਸਮਝ ਸਕੋਗੇ। ਫਿਰ ਹੀ ਸਮਝਿਆ ਜਾ ਸਕਦਾ ਕਿ ਇੱਕੋ ਹੀ ਜਿਹੜਾ ਗੱਡਾ ਹੈ, ਉੱਥੇ ਇੰਨੀਆਂ ਸਾਰੀਆਂ ਸ਼ਹੀਦੀਆਂ ਕਿਉਂ ਹੋ ਜਾਂਦੀਆਂ, ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਫਿਰ ਹੀ ਸਮਝ ਸਕਦੇ ਹੋ। ਇੱਕ ਆਮ ਕਿਸੇ ਬੰਦੇ ਨੂੰ ਜਦੋਂ ਸਵੇਰੇ ਸਵੇਰੇ ਦਰਬਾਰ ਸਾਹਿਬ ਪ੍ਰਕਾਸ਼ ਹੁੰਦਾ ਆ, ਤਾਂ ਜਦੋਂ ਜਿਸ ਤਰੀਕੇ ਨਾਲ ਪਾਲਕੀ ਸਾਹਿਬ ਦੇ ਵਿੱਚ ਆ ਰਹੇ ਹੁੰਦੇ ਆ ਮਹਾਰਾਜ, ਉਸ ਨੂੰ ਦੇਖਣ, ਕਿਸੇ ਆਮ ਬੰਦੇ ਦਾ ਦੇਖਣ ਦਾ ਨਜ਼ਰੀਆ ਕੁਛ ਹੋਰ ਹੋਊਗਾ, ਔਰ ਇੱਕ ਸਿੱਖ ਦਾ ਦੇਖਣ ਦਾ ਨਜ਼ਰੀਆ ਕੁਛ ਹੋਰ ਹੋਊਗਾ। ਕਿਉਂ, ਭਾਵੇਂ ਉਹ ਚੀਫ ਮਿਨਿਸਟਰ ਹੋਵੇ ਅਤੇ ਭਾਵੇਂ ਜੋ ਮਰਜ਼ੀ ਹੋਵੇ, ਉਹ ਕਿਉਂ ਉਸ ਪਾਲਕੀ ਨੂੰ ਆਪਣੇ ਆਪ ਦੇ ਲਈ ਉਹਨੂੰ ਮੋਢਾ ਦੇਣ ਲਈ ਕਿਉਂ ਇੰਨਾ ਉਤਾਵਲਾ ਰਹਿੰਦਾ ਆ, ਕਿਉਂ ਲੋਕ ਉੱਥੇ ਘੰਟਿਆਂ ਦੇ ਘੰਟੇ ਖੜ੍ਹੇ ਰਹਿੰਦੇ ਆ ਔਰ ਜਾ ਕੇ ਉੱਥੇ ਬੈਠੇ ਰਹਿੰਦੇ ਆ ਕਿ ਸਾਡੀ ਵਾਰੀ ਆ ਜੇ। ਇਹ ਸਮਝਣ ਦੇ ਲਈ ਸਿੱਖ ਹੋਣਾ ਬਹੁਤ ਜ਼ਰੂਰੀ ਹੈ, ਸਿੱਖ ਮਾਨਸਿਕਤਾ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਗੁਰਪ੍ਰੀਤ ਸਿੰਘ ਜੀ, ਜਦੋਂ ਤੁਸੀਂ ਇੱਕ ਗੈਰ ਸਿੱਖ, ਜਿਹਨੇ ਕਿ ਗੁਰੂ ਨਾਨਕ ਦੀ ਗਲਵੱਕੜੀ ਨੂੰ ਕਬੂਲਿਆ ਨਹੀਂ ਹੈ, ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਗੁਰੂ ਨਾਨਕ ਦਾ ਦਰਬਾਰ ਤਾਂ ਸਭ ਲਈ ਖੁੱਲ੍ਹਾ ਹੈ, ਜਦ ਤੱਕ ਉਸਨੇ ਗੁਰੂ ਨਾਨਕ ਦੀ ਉਸ ਜਿਹੜੀ ਸੱਦਾ ਹੈ ਉਹਨੂੰ ਕਬੂਲਿਆ ਨਹੀਂ, ਜਦੋਂ ਉਹਨੇ ਕਬੂਲਿਆ ਫਿਰ ਉਹ ਸਿੱਖ ਹੋ ਜਾਊਗਾ। ਜਦੋਂ ਗੁਰੂ ਨਾਨਕ ਦਾ ਸੱਦਾ ਉਹ ਕਬੂਲ ਲਊਗਾ, ਜਦੋਂ ਗੁਰੂ ਨਾਨਕ ਦੀ ਗਲਵੱਕੜੀ ਨੂੰ ਉਹ ਕਬੂਲ ਲਊਗਾ ਤਾਂ ਉਹ ਸਿੱਖ ਹੋ ਜਾਊਗਾ, ਫਿਰ ਗੈਰ ਸਿੱਖ ਰਹਿਣਾ ਨਹੀਂ। ਅਤੇ ਅਗਰ ਉਹਨੇ ਕਬੂਲਿਆ ਨਹੀਂ ਤਾਂ ਤਦ ਤੱਕ ਹੀ ਉਹ ਗੈਰ ਸਿੱਖ ਹੈ, ਔਰ ਜਦ ਤੱਕ ਉਹ ਗੈਰ ਸਿੱਖ ਹੈ, ਉਸ ਨੂੰ ਉਹ ਤੁਹਾਡਾ ਗੁਰੂ ਹੈ, ਔਰ ਗੁਰੂ ਦੇ ਨਾਲ ਤੁਹਾਡਾ ਰਿਸ਼ਤਾ ਕੀ, ਉਹ ਸਮਝ ਨਹੀਂ ਆ ਸਕਦਾ। ਔਰ ਜਦੋਂ ਉਹਨਾਂ ਨੂੰ ਸਮਝ ਨਹੀਂ ਆ ਸਕਦਾ ਤਾਂ ਫਿਰ ਉਹ ਉਸ ਗੁਰੂ ਨੂੰ ਗੁਰੂ ਹੀ ਨਹੀਂ ਮੰਨ ਰਿਹਾ, ਜਿਸ ਕੋਲੋਂ ਤੁਸੀਂ ਇਹ ਆਗਿਆ ਲੈ ਰਹੇ ਹੋ ਕਿ ਮੈਂ ਇੱਕ ਨਵਾਂ ਪਰਿਵਾਰ ਸ਼ੁਰੂ ਕਰਨ ਜਾ ਰਿਹਾ, ਗੁਰੂ ਮਹਾਰਾਜ ਮੈਂ ਇੱਕ ਨਵਾਂ ਘਰ ਸ਼ੁਰੂ ਕਰਨ ਜਾ ਰਿਹਾ, ਮੇਰੇ ਨਾਲ ਤੁਸੀਂ ਮੇਰਾ ਇਹ ਕਾਰਜ ਤੁਸੀਂ ਸਵਾਰੋ। ਜਦੋਂ ਤੱਕ ਉਸ ਦੇ ਦਿਮਾਗ 'ਚ ਗੱਲ ਹੀ ਨਹੀਂ ਆਊਗੀ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਗੁਰੂ ਆਪਣੇ ਨਾਲ ਵੀ ਧੋਖਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਕਿ ਹੋਣਾ ਨਹੀਂ। ਇਹ ਆਪਣੇ ਆਪ ਕੋਲੋਂ ਸਵਾਲ ਪੁੱਛੀਏ, ਕਿਉਂਕਿ ਆਪਾਂ ਸਾਰੇ ਪੁੱਛੀਏ